ਇਹ ਮੋਰਚੇ ਦੇ ਸੰਬੰਧ ਦੇ ਵਿੱਚ ਅਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਇਹ ਮੋਰਚਾ ਕਿਉਂ ਲੱਗਿਆ? सर थोड़ा जा पीछे ਜਦੋਂ ਕਿ ਕਰੋਨਾ ਦਾ ਮੌਕਾ ਹੈ, बाहर पड़ा पीछे नो जो सर थोड़ा जा ਉਹਨਾਂ ਦੇ पीछे ਮੌਕੇ ਵੱਡੇ ਇਕੱਠ ਹੋ ਨਹੀਂ ਸਕਦੇ। ਕੀ ਅਸੀਂ ਕਰੋਨਾ ਨੂੰ ਬਿਮਾਰੀ ਨਹੀਂ ਸਮਝਦੇ? ਇਹ ਕਈ ਸਵਾਲ ਉੱਠਦੇ ਨੇ। ਕੀ ਅਸੀਂ ਇਹ ਸਵਾਲ ਉੱਠਦੇ ਨੇ, ਅਸੀਂ ਸਾਫ਼ ਕਰਨਾ ਚਾਹੁੰਦੇ ਹਾਂ। ਜਦੋਂ ਦੀ ਕਰੋਨਾ ਆਈ ਹੈ 2020 ਮਾਰਚ ਦੇ ਵਿੱਚ, ਅਸੀਂ ਉਦੋਂ ਦੇ ਪ੍ਰਕਾਸ਼ਨ ਕੀਤਾ ਹੋਇਆ, ਇਹਦਾ ਬੰਦੋਬਸਤ ਕੀਤਾ ਹੈ। ਉਹ ਇਕਾਂਤਵਾਸ ਜਾਂ ਸੈਨੀਟਾਈਜ਼ਰ ਦਾ ਪ੍ਰਬੰਧ ਜਾਂ ਗੋਲੀਆਂ ਦਾ ਪ੍ਰਬੰਧ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦਾ ਪ੍ਰਬੰਧ ਤੁਸੀਂ ਦੇਖਿਆ। ਅਸੀਂ ਇਸ ਪੰਡਾਲ ਦੇ ਵਿੱਚ ਵੀ ਰੱਖਿਆ ਤੇ ਅਸੀਂ ਪਹਿਲਾਂ ਘਰਾਂ ਦੇ ਵਿੱਚ ਵੀ ਰੱਖਿਆ। ਤੇ ਉਦੋਂ ਲਾਕਡਾਊਨ ਸਰਕਾਰ ਨੇ ਕੀਤਾ। ਲਾਕਡਾਊਨ ਦੇ ਨਾਲ ਜਿਹੜੀ ਬੇਰੁਜ਼ਗਾਰੀ ਵਧੀ ਹੈ ਲੋਕਾਂ ਦੇ, ਮਜ਼ਦੂਰਾਂ ਦੇ ਵਿੱਚ, ਰੋਟੀ ਰੋਜੀ ਕਮਾਉਣ ਵਾਲਿਆਂ ਦੇ ਵਿੱਚ, ਉਹਦੇ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਸਾਡੀਆਂ ਜਥੇਬੰਦੀਆਂ ਨੇ ਲਗਭਗ 1.5 ਕਰੋੜ ਦਾ, ਪੌਣੇ 2 ਕਰੋੜ ਦਾ ਰਾਸ਼ਨ ਵੀ ਵੰਡਿਆ ਉਹਨਾਂ ਲੋਕਾਂ ਨੂੰ। ਅਸੀਂ ਜਥੇਬੰਦੀਆਂ ਵਾਲੇ ਜਿਨ੍ਹਾਂ ਕੋਲੇ ਕੋਈ ਫੰਡਿੰਗ ਦਾ ਕੋਈ ਪ੍ਰਬੰਧ ਨਹੀਂ, ਜਿਹੜੇ ਆਮ ਗਰੀਬ ਕਿਸਾਨੀ ਚੋਂ ਆ, ਛੋਟੀ ਕਿਸਾਨੀ ਚੋਂ ਆ, ਮਜ਼ਦੂਰਾਂ ਚੋਂ ਆ, ਉਹ ਜਨਤਾ ਦਾ ਇੰਨਾ ਫਿਕਰ ਕਰਦੇ ਨੇ। ਪਰ ਕਰੋਨਾ ਆਏ ਨੂੰ 1 ਸਾਲ 2-3 ਮਹੀਨੇ ਉੱਤੇ ਹੋ ਗਏ, ਨਾ ਕੇਂਦਰ ਸਰਕਾਰ ਨੇ ਕੋਈ ਪ੍ਰਬੰਧ ਕੀਤਾ ਨਾ ਪੰਜਾਬ ਸਰਕਾਰ ਨੇ ਕੋਈ ਪ੍ਰਬੰਧ ਕੀਤਾ। ਦੋਨੇ ਇੱਕੋ ਜਿਹੇ ਜ਼ਿੰਮੇਵਾਰ ਨੇ, ਇੱਕੋ ਜਿਹਾ ਪੱਤਾ ਚਲਾਉਂਦੇ ਆਏ ਨੇ। 3.5 ਲੱਖ ਮੌਤਾਂ ਹੋ ਗਈਆਂ ਸਰਕਾਰੀ ਰਿਕਾਰਡ ਦੇ ਮੁਤਾਬਕ। ਵੈਸੇ ਗਿਣਤੀ ਵੱਧ ਹੋ ਸਕਦੀ ਹੈ। ਇਹਦੀ ਬੇਸ਼ਰਮੀ ਦੀ ਗੱਲ ਹੈ ਕਿ ਮਹਾਨ ਹਿੰਦੁਸਤਾਨ ਦੇ ਵਿੱਚ ਲਾਸ਼ਾਂ ਗੰਗਾ ਨਦੀ ਦੇ ਵਿੱਚੋਂ ਕੁੱਤੇ ਖਾ ਰਹੇ ਨੇ। ਇਹਦਾ ਮਾੜਾ ਪ੍ਰਬੰਧ ਹੈ ਕਿ ਬਜਟ ਦੇ ਵਿੱਚ ਪੈਸੇ ਰੱਖਣੇ ਦਾ ਕੀ ਸੀ? ਜਿਹੜਾ 200 ਕਰੋੜ ਰੁਪਈਆ ਪ੍ਰਧਾਨ ਮੰਤਰੀ ਦੇ ਫੰਡ ਚੋਂ ਰੱਖਿਆ ਸੀ 162 ਆਕਸੀਜਨ ਪਲਾਂਟ ਲਾਉਣ ਦੀ ਖਾਤਰ, 150 ਜ਼ਿਲ੍ਹਿਆਂ ਦੇ ਵਿੱਚ ਲਾਉਣੇ ਸੀ, ਉਹਦੇ ਚੋਂ ਵੀ 33 ਪਲਾਂਟ ਹੀ ਲੱਗੇ ਨੇ। ਤੇ ਹਿੰਦੁਸਤਾਨ ਦੀ ਸਰਕਾਰ ਨੇ ਵੀ ਕੋਈ ਪ੍ਰਬੰਧ ਨਹੀਂ ਕੀਤਾ। ਕੁੱਲ ਹਿੰਦੁਸਤਾਨ ਦੇ ਵਿੱਚ ਸਾਹਿਤ ਕੇਂਦਰ, ਉਪ ਸਾਹਿਤ ਕੇਂਦਰ ਤੇ ਕਮਿਊਨਿਟੀ ਸੈਂਟਰ, ਮੈਡੀਕਲ ਕਾਲਜ ਤੇ ਜ਼ਿਲ੍ਹਾ ਹਸਪਤਾਲਾਂ ਦੀ ਗਿਣਤੀ 1,85,000 ਦੇ ਲਗਭਗ ਹੈ। ਉਹਨਾਂ 'ਚ ਬੈੱਡਾਂ ਦੀ ਗਿਣਤੀ ਨਹੀਂ, ਉਹਨਾਂ 'ਚ ਦਵਾਈਆਂ ਦੀ ਗਿਣਤੀ ਨਹੀਂ, ਉਹਨਾਂ 'ਚ ਮੁਲਾਜ਼ਮਾਂ ਦੀ ਪੂਰਤੀ ਨਹੀਂ ਕੀਤੀ, ਨਵੇਂ ਹਸਪਤਾਲਾਂ ਦਾ ਕਿਤੇ ਕੋਈ ਪ੍ਰਬੰਧ ਨਹੀਂ ਕੀਤਾ, ਬਜਟ ਦਾ ਕੋਈ ਪ੍ਰਬੰਧ ਨਹੀਂ ਕੀਤਾ ਤੇ ਬੰਦੇ ਮਰੀ ਜਾਂਦੇ ਨੇ। ਫਰਵਰੀ ਦੇ ਵਿੱਚ ਕੇਂਦਰੀ ਸਿਹਤ ਮੰਤਰੀ ਦਾ ਬਿਆਨ ਆਉਂਦਾ ਕਿ ਅਸੀਂ ਕਰੋਨਾ ਨੂੰ ਮਾਤ ਪਾ ਦੀ, ਤੇ ਮਾਰਚ ਦੇ ਵਿੱਚ ਮੌਤਾਂ ਸ਼ੁਰੂ ਹੋ ਜਾਂਦੀਆਂ ਨੇ। ਐਡੀ ਗੈਰ ਜ਼ਿੰਮੇਵਾਰਾ ਬਿਆਨ ਇੱਕ ਕੇਂਦਰੀ ਮੰਤਰੀ ਦਾ। ਤੇ ਪੰਜਾਬ ਸਰਕਾਰ, ਜਿਹਨੂੰ ਐਂ ਲੱਗਦਾ ਵੀ ਹੁਣ ਮੇਰੇ ਤੋਂ ਤਾਂ ਇਹ ਬਲਾ ਟਲੀ ਹੋਈ ਹੈ, ਕੇਂਦਰ ਦੇ ਸਿਰ ਪਏ ਹੋਏ ਨੇ। ਪੰਜਾਬ ਸਰਕਾਰ ਦਾ ਵੀ ਜ਼ੋਰ ਲਾਕਡਾਊਨ ਤੇ ਲੱਗਿਆ ਹੋਇਆ ਹੈ। ਲਾਕਡਾਊਨ ਕਰਨ ਨਾਲ ਕਰੋਨਾ ਨਹੀਂ ਖਤਮ ਹੁੰਦਾ। ਇਹ ਕਰੋਨਾ ਦੀ ਦਵਾਈ ਨਹੀਂ ਹੈ ਲਾਕਡਾਊਨ, ਇਹਦਾ ਬਚਣ ਦਾ ਇੱਕ ਵਸੀਲਾ ਹੈ। ਲਾਕਡਾਊਨ ਤੋਂ ਇਹਨਾਂ ਨੇ ਵੀ ਨਾ, ਇਹਨਾਂ ਨੇ ਨਰਸਾਂ ਦੀ ਭਰਤੀ ਕੀਤੀ ਹੈ, ਨਾ ਡਾਕਟਰਾਂ ਦੀ ਭਰਤੀ ਕੀਤੀ ਹੈ, ਨਾ ਬਜਟ ਕੋਈ ਪੈਸਾ ਰੱਖਿਆ ਹੈ, ਨਾ ਪਿੰਡਾਂ ਦੇ ਵਿੱਚ ਕੋਈ ਪ੍ਰਬੰਧ ਹੈ। ਜਿਹੜੀਆਂ ਡਿਸਪੈਂਸਰੀਆਂ ਨੇ ਉਹਨਾਂ ਦੇ ਵਿੱਚ ਵੀ ਮੁਲਾਜ਼ਮ ਪੂਰੇ ਨਹੀਂ, ਕਿਤੇ ਬੈੱਡਾਂ ਦੀ ਗਿਣਤੀ ਦੱਸਦੇ ਪੰਜਾਬ ਸਰਕਾਰ। ਇਹਨੇ ਸਾਰੇ ਕਾਰਜਕਾਲ ਦੌਰਾਨ ਆਹ ਸਾਲ ਹੋ ਗਿਆ, 5 ਸਾਲ ਤਾਂ ਹੋ ਗਏ ਇਹਨਾਂ ਨੂੰ ਸੱਤਾ ਤੇ ਆਇਆਂ ਨੂੰ, ਪਰ ਕਰੋਨਾ ਨੂੰ ਆਏ ਨੂੰ 1.25 ਸਾਲ ਹੋ ਚੁੱਕਿਆ। 1.25 ਸਾਲ ਦੇ ਵਿੱਚ ਪੰਜਾਬ ਸਰਕਾਰ ਨੇ ਕੀ ਪ੍ਰਬੰਧ ਕੀਤੇ ਨੇ? ਇਸ ਕਰਕੇ ਕਿਉਂਕਿ ਅੱਜ ਅਸੀਂ ਪਟਿਆਲੇ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਸਾਡਾ ਮੋਰਚਾ ਪਟਿਆਲੇ ਦੇ ਵਿੱਚ ਚੱਲ ਰਿਹਾ ਹੈ, ਮੁੱਖ ਮੰਤਰੀ ਦੇ ਸ਼ਹਿਰ ਦੇ ਵਿੱਚ ਚੱਲ ਰਿਹਾ ਹੈ। ਇਸ ਕਰਕੇ ਪੰਜਾਬ ਦੇ ਵਿੱਚ ਵੀ ਜੇ ਕੇਂਦਰ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤੇ ਤਾਂ ਪੰਜਾਬ ਸਰਕਾਰ ਨੇ ਵੀ ਕੋਈ ਪ੍ਰਬੰਧ ਨਹੀਂ ਕੀਤੇ। ਇੱਥੋਂ ਦਾ ਇੱਕ ਮੰਤਰੀ, ਸ਼ਾਇਦ ਕੋਈ ਉਹ ਕਾਂਗਰਸੀ ਹੈ, ਕੋਈ ਪਤਾ ਨਹੀਂ ਕਿਹੜੇ ਅਹੁਦੇ ਤੇ ਹੈ, ਇੱਕ ਡਿਬੇਟ ਦੇ ਵਿੱਚ ਕਹਿੰਦਾ ਜੀ ਪ੍ਰਬੰਧ ਕੀਤੇ ਨੇ, ਪਤਾ ਨਹੀਂ ਕੀਤੇ। ਤੁਸੀਂ ਐਂ ਦੱਸੋ ਵੀ ਪੰਜਾਬ ਦਾ ਹਾਲ ਦੂਜੀਆਂ ਸਟੇਟਾਂ ਨਾਲੋਂ ਚੰਗਾ ਨਹੀਂ ਹੈ? ਪੰਜਾਬ ਦਾ ਹਾਲ ਦੂਜੀਆਂ ਸਟੇਟਾਂ ਨਾਲੋਂ ਚੰਗਾ ਹੈ ਜਾਂ ਮਾੜਾ ਹੈ? ਇਸ ਗੱਲ ਨਾਲ ਨਹੀਂ ਹੈ। ਗੱਲ ਇਹ ਹੈ ਵੀ ਕਰੋਨਾ ਵਾਸਤੇ ਤੁਸੀਂ, ਜਿਹਦੇ ਨਾਲ ਮੌਤਾਂ ਹੁੰਦੀਆਂ ਨੇ, ਜਿਹੜੀ ਐਡੀ ਖਤਰਨਾਕ ਬਿਮਾਰੀ ਹੈ, ਉਹਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਤੇ ਸਰਕਾਰ ਦੱਸੋ ਕੀ ਤਿਆਰੀਆਂ ਕੀਤੀਆਂ ਨੇ ਸਰਕਾਰ ਨੇ? ਸਰਕਾਰ ਕੋਈ ਤਿਆਰੀ ਦੱਸਣ ਨੂੰ ਤਿਆਰ ਨਹੀਂ ਤੇ ਨਾ ਹੀ ਉਹਨਾਂ ਨੇ ਕੋਈ ਤਿਆਰੀ ਕੀਤੀ ਹੈ। ਇਸ ਕਰਕੇ ਅਸੀਂ ਪ੍ਰੈਸ ਕਾਨਫਰੰਸ ਕਰਕੇ
ਆ ਦੇਖਿਆ ਜਦੋਂ ਅਸੀਂ ਰੱਖਣ ਆਏ ਸੀ ਇੱਥੇ ਆਪਣਾ ਮੋਰਚਾ ਲਾਉਣ ਦੀ ਤਿਆਰੀ ਕੀਤੀ ਹੈ। ਸਰਕਾਰ ਦੀ ਅਪੀਲ ਗਈ ਕਿ ਕਰੋਨਾ ਨਾ ਵੱਧ ਜਾਵੇ, ਇਸ ਕਰਕੇ ਤੁਸੀਂ ਧਰਨਾ ਨਾ ਇੱਥੇ ਲਾਓ। ਉਸ ਤੋਂ ਪਹਿਲਾਂ ਤਾਂ ਕੇਂਦਰ ਸਰਕਾਰ ਦੇ ਵਜ਼ੀਰ ਮੰਤਰੀ ਬਿਆਨ ਦੇਈ ਜਾਂਦੇ ਨੇ, ਹਰਿਆਣੇ ਦਾ ਮੁੱਖ ਮੰਤਰੀ ਬਿਆਨ ਦੇਈ ਜਾਂਦਾ ਹੈ ਵੀ ਕਰੋਨਾ ਕਿਸਾਨਾਂ ਨੇ ਫੈਲਾਤਾ। ਸਿੰਘੂ ਬਾਰਡਰ ਤੇ ਬਲਬੀਰ ਸਿੰਘ ਰਾਜੇਵਾਲ ਮੇਰੇ ਨਾਲ ਬੈਠੇ ਨੇ, ਟਿੱਕਰੀ ਬਾਰਡਰ ਤੇ ਮੈਂ ਆ, 2 ਵੱਡੇ ਮੋਰਚੇ ਹੈ, ਉੱਥੇ ਪੂਰੀ ਭੀੜ ਹੈ, ਉੱਥੇ ਪੂਰੇ ਪ੍ਰਬੰਧ ਨੇ, ਉੱਥੇ ਪੂਰੀ ਸਫਾਈ ਹੈ। ਤੁਸੀਂ ਜਾ ਕੇ ਦੇਖਿਓ, ਉੱਥੇ ਪੂਰੇ ਪ੍ਰਬੰਧ ਨੇ, ਉੱਥੇ ਪੂਰੀ ਸਫਾਈ ਹੈ। 3 ਦਿਨ ਮੋਰਚਾ ਚੱਲਿਆ, ਤੁਸੀਂ ਆਪਦੀਆਂ ਅੱਖਾਂ ਨਾਲ ਦੇਖਿਆ। ਆਹ 3 ਦਿਨ ਮੋਰਚਿਆਂ ਦੇ ਵਿੱਚ ਸੈਨੀਟਾਈਜ਼ਰ ਵੀ ਹੋਈ ਜਾਂਦਾ ਹੈ, ਡਿਸਟੈਂਸ ਵੀ ਰੱਖਿਆ ਹੋਇਆ, ਮਾਸਕ ਵੀ ਪਹਿਨੇ ਹੋਏ ਨੇ, ਦਵਾਈਆਂ ਦਾ ਪ੍ਰਬੰਧ ਵੀ ਹੈ, ਪਾਣੀ ਵੀ ਆਪਦੇ ਕੋਲੇ ਹੈ, ਰੋਟੀ ਵੀ ਆਪਦੇ ਕੋਲੇ ਹੈ। ਕਿੱਧਰ ਗਿਆ ਕਰੋਨਾ? ਕਿਹੜੀ ਪ੍ਰਕਾਸ਼ਨ ਨੇ ਜਿਹੜੇ ਨਹੀਂ ਕਰੋਨਾ ਤੋਂ ਡਰਦੇ ਅਸੀਂ ਕੀਤੇ ਹੋਏ? ਜਿਹੜੀ ਸਰਕਾਰ ਦੇ ਪ੍ਰਬੰਧ ਕੀ ਨੇ ਤੇ ਲੋਕਾਂ ਦੇ ਪ੍ਰਬੰਧ ਕੀ ਨੇ? 15 ਬੰਦੇ ਹੋ ਤੁਸੀਂ, 20 ਬੰਦੇ ਹੋਗੇ ਹੁਣ। ਆਹ ਤੁਹਾਡੇ ਆਪਸ ਵਿੱਚ ਤੁਸੀਂ ਇੱਕ ਦੂਜੇ ਦੀ ਗੱਲ ਨਹੀਂ ਸੁਣਦੇ। ਆਹ 2000 ਦਾ ਇਕੱਠ ਬੈਠਾ ਭਾਈ ਸਾਹਿਬ, ਐਂ ਗੱਲ ਸੁਣਦਾ ਸ਼ਾਮ ਤੱਕ ਨਹੀਂ, ਜਿੱਥੇ ਬਿਠਾਤੇ ਤੋਂ ਸ਼ਾਮ ਤੱਕ ਨਹੀਂ ਉੱਠਦੇ। ਇਸ ਤਰ੍ਹਾਂ ਦੇ ਪ੍ਰਬੰਧ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਕੀਤੇ ਹੋਏ ਨੇ। ਇਹੋ ਜਿਹੇ ਪ੍ਰਬੰਧ ਦੇਖ ਸਕੋਗੇ ਤੁਸੀਂ ਦਿੱਲੀ ਮੋਰਚੇ ਦੇ ਵਿੱਚ ਜਾ ਕੇ ਵੀ ਦੇਖ ਲਓ, ਉੱਥੇ ਵੀ ਸਿਰਫ ਜਿਹੜਾ ਡਿਸਟੈਂਸ ਰੱਖਿਆ ਹੋਇਆ ਇੱਕ ਦੂਜੇ ਤੋਂ। ਇਸ ਕਰਕੇ ਅਸੀਂ ਤਾਂ, ਮੈਂ ਹੁਣ ਮੁਕਾਉਣਾ, ਅਸੀਂ ਤਾਂ ਸਰਕਾਰ ਦੀ ਜਿਹੜੀ ਇਸ ਗੱਲ ਦਾ ਜਵਾਬ ਦੇਣ ਆਇਆ ਕਿ ਤੁਸੀਂ ਦੁੱਧ ਧੋਤੇ ਨਾ ਬਣੋ। ਤੁਸੀਂ ਦੁੱਧ ਧੋਤੇ ਹੈ ਨਹੀਂ ਤੇ ਤੁਸੀਂ ਲੋਕਾਂ ਦੇ ਮੌਤ ਦਾ ਕੋਈ ਵੀ ਉਹਨਾਂ ਨੂੰ ਸੰਭਾਲਦਾ, ਉਹਨਾਂ ਦੀ ਬਿਮਾਰੀ ਦਾ ਕੋਈ ਵੀ ਬੰਦੋਬਸਤ ਨਹੀਂ ਕੀਤਾ। ਜਿੰਨੀਆਂ ਮੌਤਾਂ ਹੋਈਆਂ ਨੇ ਸਰਕਾਰਾਂ ਤੋਂ ਨੇ, ਸਰਕਾਰਾਂ ਗੁਰਾਹਾ ਸਾਹਿਬ, ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਖੇਤੀ ਦੇ ਜਿਹੜੇ ਕਾਨੂੰਨ ਜਿਹੜੇ ਹੁਣ ਤੱਕ ਰੱਦ ਨਹੀਂ ਕਰ ਰਹੇ, ਮਸਲਾ ਕਿੱਥੇ ਅੜਿਆ ਹੋਇਆ? ਹੁਣ ਗੱਲ ਇਸ ਪਾਸੇ ਲੱਗੇਗੀ ਕਿਉਂਕਿ ਤੁਹਾਡੇ ਵੱਲੋਂ ਲਿਖਤੀ ਪੱਤਰ ਵੀ ਦਿੱਤਾ ਜਾ ਚੁੱਕਿਆ ਹੈ, ਸਰਕਾਰ ਵੱਲੋਂ ਕੋਈ ਹੰਗਾਰਾ ਆਇਆ? ਇਹ ਜਵਾਬ ਦੇਣਗੇ ਰਾਜੇਵਾਲ ਸਾਹਿਬ। ਮੋਰਚਾ ਲਗਾਤਾਰ ਚੱਲ ਰਿਹਾ। ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈ ਸਰਕਾਰ ਨੂੰ ਦੇਖ ਕੇ। ਸਰਕਾਰਾਂ ਦੀ ਡਿਊਟੀ ਹੁੰਦੀ ਹੈ ਜਦੋਂ ਕਦੇ ਕੋਈ ਅੰਦੋਲਨ ਚੱਲੇ ਤਾਂ ਉਹਦਾ ਹੱਲ ਕੱਢਣ ਵਾਸਤੇ ਸਰਕਾਰ ਪਹਿਲ ਕਰੇ, ਪਰ ਸਾਡੀ ਸਰਕਾਰ ਨੇ ਹੜ ਧਰਮੀ 'ਚ ਮੈਂ ਸਮਝਦਾ ਰਾਜ ਹਟ ਹੈ, ਇੱਕ ਹਉਮੈ ਬਸ ਸਰਕਾਰ ਫਸੀ ਹੋਈ ਹੈ, ਉਹ ਗੱਲਬਾਤ ਲਈ ਤਿਆਰ ਨਹੀਂ। ਅਸੀਂ ਆਪਣੇ ਵੱਲੋਂ ਚਿੱਠੀ ਲਿਖ ਕੇ ਵੀ ਅਪੀਲ ਕੀਤੀ ਵੀ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ। ਹਾਲੇ ਤੱਕ ਕੋਈ ਸਰਕਾਰ ਵੱਲੋਂ ਰਿਸਪੌਂਸ ਨਹੀਂ ਆਇਆ ਤੇ ਜਦੋਂ ਕੁਝ ਨਿਕਲੇਗਾ ਅਸੀਂ ਤੁਹਾਨੂੰ ਸਾਰਿਆਂ ਨੂੰ ਰਾਜੇਵਾਲ ਸਾਹਿਬ, ਜਿਹੜੀ ਲੈਟਰ ਲਿਖੀ ਹੈ, ਚਿੱਠੀ ਲਿਖੀ ਹੈ, ਬੀਜੇਪੀ ਆਗੂਆਂ ਨੇ ਉਹਦੇ ਉੱਪਰ ਸਵਾਲ ਉਠਾਇਆ ਕਿ ਉਹ 9 ਬੰਦਿਆਂ ਵੱਲੋਂ ਲਿਖੀ ਗਈ ਹੈ। ਉਹ ਕਹਿੰਦੇ ਜਦੋਂ ਲੈਟਰ ਆਉਣਾ ਹੁੰਦਾ ਇਹਨਾਂ ਨੂੰ ਤਾਂ ਕਹਿੰਦੇ 25, 26 ਬੰਦੇ ਸਾਰਿਆਂ ਨੂੰ ਦਿਓ, ਪਰ ਹੁਣ ਸਾਈਨ 9 ਦੇ ਆ। ਸਾਡੀ 9 ਮੈਂਬਰੀ ਕਮੇਟੀ ਬਹੁਤ ਸਾਰੇ ਫੈਸਲੇ ਲੈਂਦੀ ਹੈ। ਅਸੀਂ ਬੀਜੇਪੀ ਦੇ ਆਖੇ ਨਹੀਂ ਅੰਦੋਲਨ ਚਲਾ ਰਹੇ, ਉਹ ਅਸੀਂ ਦੇਖਣਾ ਸਾਡਾ ਪ੍ਰਬੰਧ ਕੀ ਹੈ, ਉਹਨਾਂ ਦੇ ਕਹਿਣ ਦੀ ਕੋਈ ਗੱਲ ਨਹੀਂ। ਰਾਜੇਵਾਲ ਸਾਹਿਬ, ਇਹ ਆਖਰ ਮਸਲਾ ਹੁਣ ਕਿੱਥੇ ਜਾ ਕੇ ਨਿਬੜੇਗਾ? ਸਰਕਾਰ ਵੀ ਟੱਕਰ ਹੋ ਰਹੀ, ਕਿਸਾਨ ਆਗੂ ਹੈ ਜੋ ਵੀ ਕਿਸਾਨ ਦੇ ਖੜੇ ਨੇ, ਪਰ ਆਖਰ ਇਹ ਮਸਲਾ ਹੁਣ ਕਿਸ ਪਾਸੇ ਨੇ ਜਿੱਥੇ ਲੱਗੋ? ਬੜੀ ਸਪਸ਼ਟ ਗੱਲ ਹੈ, ਸ਼ੁਰੂ ਦੇ ਪਹਿਲੇ ਦਿਨ ਤੋਂ ਅਸੀਂ ਕਹਿੰਦੇ ਤਿੰਨੇ ਕਾਨੂੰਨ ਜਿਹੜੇ ਨੇ ਉਹ ਗਲਤ ਬਣਾਏ ਨੇ। ਅਸੀਂ ਮੇਜ਼ ਤੇ ਬੈਠ ਕੇ ਨੈਗੋਸ਼ੀਏਸ਼ਨ ਵਿੱਚ ਕਲੌਜ਼ ਬਾਈ ਕਲੌਜ਼ ਬਹਿਸ ਕਰਕੇ ਉਹਨਾਂ ਨੂੰ ਗਲਤ ਸਿੱਧ ਕਰ ਚੁੱਕੇ ਹਾਂ। ਨਾ ਉਹ ਲੋਕਾਂ ਦੇ ਹਿੱਤ 'ਚ ਨੇ, ਨਾ ਕਿਸਾਨ ਦੇ ਹਿੱਤ 'ਚ ਨੇ, ਨਾ ਦੇਸ਼ ਦੇ ਹਿੱਤ 'ਚ। ਸਰਕਾਰ ਕੋਲ ਕੋਈ ਜਵਾਬ ਨਹੀਂ। ਜੇ ਅੰਦੋਲਨ ਵਿੱਚ ਇਹਦੇ ਜਿਹੜੇ ਕਾਨੂੰਨ ਨੇ ਉਹਨਾਂ 'ਚ ਕੋਈ ਨੁਕਸ ਹੈ, ਕਲੌਜ਼ ਬਾਈ ਕਲੌਜ਼ ਬਹਿਸ ਕਰਨ ਦੇ ਬਾਅਦ ਨੁਕਸ ਨਿਕਲੇ, ਹੁਣ ਇਹ ਕਹਿੰਦੇ ਨੇ ਉਹਦੇ 'ਚ ਅਮੈਂਡਮੈਂਟ ਕਰਾ ਦਿਓ। ਇਹਨਾਂ ਦਾ ਵਿਸ਼ਾ ਹੀ ਨਹੀਂ, ਰਾਜਾਂ ਦਾ ਵਿਸ਼ਾ ਹੈ। ਇਹਨਾਂ ਨੇ ਮੱਲੋ ਮੱਲੀ ਧੱਕੇ ਨਾਲ ਲੋਕਾਂ ਦੇ ਉੱਤੇ ਦੋਸੇ ਨੇ। ਜਦੋਂ ਤੱਕ ਉਹ ਵਾਪਸ ਨਹੀਂ ਲੈਂਦੇ ਅੰਦੋਲਨ ਚੱਲਦਾ ਰਹਿਣਾ। ਸਰਕਾਰ ਝੂਠ ਬਣਾਉਣ ਤੋਂ ਸਿਵਾ ਹਰ ਮੁੱਦੇ ਤੇ ਉਹਨਾਂ ਦਾ ਕੋਈ ਕੁਝ ਨਹੀਂ। ਰਾਜੇਵਾਲ ਸਾਹਿਬ, ਜਦ ਸਰਕਾਰ ਨੇ ਪ੍ਰਪੋਜ਼ਲ ਦਿੱਤੀ ਸੀ ਕਿ 1.5 ਸਾਲ ਲਈ ਰੱਦ ਕਰ ਦਿੰਦੇ ਆ, ਤੇ ਉਸ ਤੋਂ ਬਾਅਦ ਕਿਸਾਨ ਆਗੂਆਂ ਵੱਲੋਂ ਕੋਈ ਸਟ੍ਰੈਟਜੀ ਨਹੀਂ ਦੀ ਬਣਾਈ ਗਈ ਕਿ ਥੋੜਾ ਟਾਈਮ ਸਪੈਂਡ ਕਰਕੇ ਇੱਕ ਤਾਂ ਸੰਘਰਸ਼ ਨੂੰ ਵੀ ਥੋੜਾ ਜਿਹਾ ਹੋਰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕਦਾ ਸੀ, ਪਰ ਕਿਤੇ ਨਾ ਕਿਤੇ ਕਿਸਾਨ ਆਗੂਆਂ ਵੱਲੋਂ ਨਾ ਮੰਨਣ ਕਰਕੇ ਇਹ ਮਾਮਲਾ ਫਿਰ ਲਟਕ ਗਿਆ। ਨਹੀਂ, ਇਸ ਤਰ੍ਹਾਂ ਨਹੀਂ। ਸਾਡੀ ਸ਼ੁਰੂ ਤੋਂ ਮੰਗ ਰਹੀ ਹੈ ਵੀ ਅੱਗੇ ਜਿਹੜੇ ਕਾਨੂੰਨ ਬਣਾਏ ਨੇ ਵਾਪਸ ਲਓ। ਯਾਰ ਮੇਰਾ ਲਾਈਵ ਚੱਲ ਰਿਹਾ ਹੈ, ਕਦੇ ਮੰਗੇ ਨਹੀਂ ਹੋਏ ਕਿ 1.5 ਸਾਲ ਵਾਸਤੇ ਰੋਕ ਦਿਓ, 2 ਸਾਲ ਵਾਸਤੇ ਰੋਕ ਦਿਓ, ਤੇ ਬਾਅਦ ਵਿੱਚ ਕੀ ਹੋਊਗਾ? ਸਰਕਾਰ ਦੀ ਪ੍ਰਪੋਜ਼ਲ ਸੀ ਵੀ ਅਸੀਂ ਉਹਨਾਂ ਨੂੰ ਹੋਲਡ ਤੇ ਲਾ ਦਿੰਦੇ, ਉਹਨਾਂ ਦੇ ਵਿੱਚ ਅਸੀਂ ਸੰਸ਼ੋਧਨ ਕਰ ਦਿੰਦੇ ਹਾਂ, ਅਸੀਂ ਸੋਧਾ ਕਰ ਦਿੰਦੇ ਹਾਂ। ਇਹ ਸਰਕਾਰ ਦੀਆਂ ਪ੍ਰਪੋਜ਼ਲਾਂ ਨੇ। ਇਹਦਾ ਮਤਲਬ ਇਹ ਤਾਂ ਨਹੀਂ ਵੀ ਅਸੀਂ ਕੋਈ ਪ੍ਰਵਾਨ ਕੀਤਾ ਹੈ। ਉਹਨਾਂ ਦੀ ਪ੍ਰਪੋਜ਼ਲ ਆਈ ਹੋਈ ਹੈ ਜਿਹੜੀ ਅਸੀਂ ਰੱਦ ਕੀਤੀ ਹੋਈ ਹੈ, ਜਿਹੜੀ ਰਾਜੇਵਾਲ ਸਾਹਿਬ ਨੇ ਕਿਹਾ। ਅਸੀਂ ਉਹਨਾਂ ਦੀ ਆਈ ਹੋਈ ਪ੍ਰਪੋਜ਼ਲ ਨੂੰ ਰੱਦ ਕੀਤਾ ਹੈ। ਜੇ ਸਰਕਾਰ ਤਾਂ ਵੈਸੇ ਉਦੋਂ ਵੀ ਅੱਗੇ ਵਧਣ ਨੂੰ ਤਿਆਰ ਸੀ। ਉਹਨਾਂ ਨੇ 1.5 ਸਾਲ ਕਿਹਾ ਸੀ, ਉਹ 2 ਸਾਲ ਵੀ ਕਰ ਸਕਦੇ ਸੀ। ਉਹ ਕਾਰਜਕਾਲ ਦੌਰਾਨ ਵੀ ਇਹ ਉਹਨਾਂ ਨੂੰ ਹੋਲਡ ਤੇ ਲਾ ਸਕਦੇ ਸੀ। ਸਾਡੀ ਜਿਹੜੀ ਗੱਲ ਸੀ ਵੀ ਕਾਨੂੰਨ ਰੱਦ ਕਰੋ, ਉਹ ਤੇ ਅਸੀਂ ਖੜੇ ਹੋਏ ਹਾਂ। ਜੇ ਕਿਸੇ ਨੂੰ ਐਂ ਲੱਗਦਾ ਹੋਵੇ ਵੀ ਉਹ ਇੱਕ ਬਹੁਤ ਵਧੀਆ ਮੌਕਾ ਸੀ, ਤੁਸੀਂ ਸੋ ਤੋਂ ਪੁੱਛਿਆ ਨਹੀਂ ਗਿਆ ਜਾਂ ਸਾਂਭਿਆ ਨਹੀਂ ਗਿਆ, ਇਹ ਤੁਹਾਡੀ ਗਲਤਫਹਿਮੀ ਹੈ। ਜੇ ਤਾਂ ਸਾਡਾ ਫੈਸਲਾ ਸੀ ਉਦੋਂ ਥੱਲੇ ਕਰਕੇ ਆ ਗਏ, ਫਿਰ ਤਾਂ ਤੁਸੀਂ ਕਹੋ ਵੀ ਉਦੋਂ ਤਾਂ ਇੰਨਾ ਕੁਝ ਮਿਲਦਾ ਸੀ, ਹੁਣ ਤੁਸੀਂ ਥੋੜਾ ਜਿਹਾ ਲੈ ਕੇ ਆ ਗਏ।
ਇਹੋ ਜਿਹਾ ਤਾਂ ਕੁਝ ਨਹੀਂ ਹੋਇਆ। ਦਿੱਲੀ ਦੇ ਬਾਰਡਰਾਂ ਤੇ ਧਰਨੇ ਬੜੀ ਦੇਰ ਤੋਂ 6 ਮਹੀਨਿਆਂ ਤੋਂ ਚੱਲ ਰਹੇ ਆ ਲਗਾਤਾਰ। ਹੁਣ ਇੱਥੇ ਵੀ 3 ਦਿਨ ਦਾ ਚੱਲ ਰਿਹਾ। ਆਪਾਂ ਨੂੰ ਪਟਿਆਲੇ ਧਰਨਾ ਲਾਉਣ ਦੀ ਕਿਉਂ ਲੋੜ ਪਈ? ਆਪਾਂ ਚੰਡੀਗੜ੍ਹ ਜਾਂ ਕੈਪਟਨ ਅਮਰਿੰਦਰ ਸਿੰਘ ਰਹਿ ਸਕੇ, ਚੰਡੀਗੜ੍ਹ ਕਿਉਂ ਨਹੀਂ ਲਾਇਆ ਗਿਆ ਆਪਾਂ ਨੂੰ? ਮੈਨੂੰ ਲੱਗਦਾ ਮੈਂ ਬਹੁਤ ਵਿਆਖਿਆ ਕਰ ਗਿਆ ਉਹਦੀ, ਜਿਹੜੀ ਗੱਲ ਦਾ ਤੁਸੀਂ ਜਵਾਬ ਪੁੱਛਿਆ, ਤੁਸੀਂ ਗੈਰ ਹਾਜ਼ਰਤਾ ਨਹੀਂ ਸੀ ਕਿਤੇ। ਮੈਂ ਮਤਲਬ ਇਹ ਜਿਹੜਾ ਧਰਨਾ ਵਾ ਇਹ ਇਹ ਦੱਸੋ ਵੀ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਪੰਜਾਬ ਸਰਕਾਰ ਵੀ ਅਸੀਂ ਤਾਂ ਤੁਹਾਡੇ ਨਾਲ ਹੀ ਆ, ਖੇਤੀ ਵਾਲੇ ਕਾਨੂੰਨ ਜਿਹੜੇ ਬਣਾਏ ਨੇ ਤੁਹਾਡੇ ਨਾਲ ਆ। ਹੁਣ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਐਕਟ ਬਣਾਇਆ ਅਕਾਲੀ ਸਰਕਾਰ ਨੇ 2013 ਚ, ਇਹ PMC ਐਕਟ ਬਣਾਇਆ ਉਹਨਾਂ ਨੇ, ਇਹਨਾਂ ਨੇ ਰੱਦ ਕਿਉਂ ਨਹੀਂ ਕੀਤਾ ਜਦੋਂ ਵਾਅਦਾ ਕੀਤਾ ਸੀ? ਹੁਣ ਤੱਕ ਰੱਦ ਨਹੀਂ ਕੀਤਾ। ਯਾਨੀ ਇਹ ਵੀ ਅੰਦਰੋਂ ਤਾਂ ਉਹਨਾਂ ਦੇ ਨਾਲ ਹੀ ਨੇ। ਹੁਣ ਇਹ ਦਾਬ ਮੰਨੀ ਹੋਈ ਹੈ ਜਿਹੜਾ ਇੱਥੇ ਧਰਨਾ ਲਾਇਆ ਹੋਇਆ ਇਹ ਤਾਂ ਮੁੱਖ ਤੌਰ ਤੇ ਕਰੋਨਾ ਨਾਲ ਲਾਇਆ ਹੋਇਆ ਜੜ ਕੇ ਵੀ ਕਰੋਨਾ ਦੇ ਵਿੱਚ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ। ਪੰਜਾਬ ਦੇ ਵਿੱਚ ਕਰੋਨਾ ਦੇ ਮਾੜੀ ਹਾਲਤ ਕੀਤੀ ਹੋਈ ਲੋਕਾਂ ਦੀ। ਹੁਣ ਦੇਖੋ ਕੋਈ ਫ੍ਰੀ ਇਲਾਜ ਨਹੀਂ, ਫ੍ਰੀ ਇੰਜੈਕਸ਼ਨ ਨਹੀਂ, ਫ੍ਰੀ ਦਵਾਈਆਂ ਦਾ ਪ੍ਰਬੰਧ ਨਹੀਂ। ਜਿਹੜੇ ਸਰਕਾਰੀ ਨਿੱਜੀ ਹਸਪਤਾਲ ਨੇ ਉਹਨਾਂ ਨੂੰ ਜਿੰਨਾ ਚਿਰ ਕਰੋਨਾ ਸੰਕਟ ਹੈ ਸਰਕਾਰ ਆਪਦੇ ਹੱਥ 'ਚ ਲਵੇ, ਜਿਹੜੀ ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਪਈਆਂ ਨੇ ਜਿਹੜੀਆਂ ਸਰਕਾਰ ਨੇ ਨਹੀਂ ਕੀਤੀਆਂ। ਉਗਰਾਹ ਸਾਹਿਬ ਗੱਲ ਕੀਤੀ ਬਲਾਤਕਾਰ ਹੋਇਆ ਸੀ ਇੱਕ ਲੜਕੀ ਦਾ, ਉਹਦੇ ਵੱਲੋਂ ਪੁਲਿਸ ਨੇ ਕਾਰਵਾਈ ਕੀਤੀ ਹੈ। ਤੁਹਾਨੂੰ ਤਾਂ ਪੁਲਿਸ ਵੱਲੋਂ ਤੰਗ ਕੀਤਾ ਜਾ ਰਿਹਾ? ਸਾਨੂੰ ਕਾਹਦਾ ਤੰਗ ਕਰਨਾ ਹੈ? ਉਹ ਹੋਇਆ ਸੀ, ਉਹਦਾ ਫਾਦਰ ਆਇਆ ਹੈ, ਉਹਦਾ ਪਰਚਾ ਦਰਜ ਅਸੀਂ ਕਰਵਾਤਾ, ਦੋਸ਼ੀਆਂ ਤੇ ਉਹ ਪੁਲਿਸ ਦੀ ਕਾਰਵਾਈ ਰਹਿੰਦੀ ਹੈ। ਲੀਡਰ ਵੀ ਵਿੱਚ ਨਾਮਜ਼ਦ ਕੀਤੇ ਹੈਗੇ ਨੇ ਕਿਸਾਨ ਯੂਨੀਅਨ ਦੇ। ਨਹੀਂ ਕੋਈ ਨਹੀਂ, ਐਵੇਂ ਗਲਤਫਹਿਮੀ ਨਾ ਫੈਲਾਓ। ਕਿਸਾਨ ਯੂਨੀਅਨ ਦਾ ਉਗਰਾਹ ਸਾਹਿਬ ਗੱਲ ਚੱਲ ਰਹੀ ਪਹਿਲਾ ਦਿਨ ਤੋਂ, ਪ੍ਰਦਰਸ਼ਨ ਤੋਂ ਪਹਿਲਾ ਦਿਨ ਤੋਂ ਸਰਕਾਰ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ। ਇਹ ਅਸੀਂ ਨਾਲ ਜਾ ਕੇ FIR ਕਰਵਾਈ ਹੈ, ਸਾਡਾ ਕੋਈ ਰਾਜੇਵਾਲ ਸਾਹਿਬ MSP ਜਿਹੜਾ MSP ਦੀ ਲੈ ਕੇ ਆਪਾਂ ਗੱਲ ਚੱਲੀ ਹੋਈ ਸੀ ਕਿਸਾਨਾਂ ਵੱਲੋਂ ਵੀ ਹੁਣ ਕੈਪਟਨ ਸਰਕਾਰ ਕੋਲ ਕੀ ਮੰਗ ਰੱਖਦੇ ਹੋ ਕਿ ਖੇਤੀ ਕਾਨੂੰਨ ਤਾਂ ਚਲੋ ਰੱਦ ਹੋਣਾ ਚਾਹੀਦਾ, ਤੁਹਾਡੀ ਮੰਗ ਹੈ, ਪਰ MSP ਵੀ ਜਿਹੜੀ ਹੈਗੀ ਉਹਦੇ ਉੱਤੇ ਸਰਕਾਰ ਨੂੰ ਕਿੰਨੀ ਬਣਾਉਣਾ ਚਾਹੀਦਾ ਪੰਜਾਬ ਸਰਕਾਰ ਨੂੰ? ਨਹੀਂ, MSP ਤੇ ਕਾਨੂੰਨ ਸੈਂਟਰ ਬਣਾਏਗਾ ਕਿ ਨੈਸ਼ਨਲ ਲੈਵਲ ਦਾ ਮੁੱਦਾ ਹੈ। ਗੱਲ ਸਮਝੋ ਵੀ ਪੰਜਾਬ ਔਰ ਹਰਿਆਣਾ ਦੋ ਸਟੇਟਾਂ ਨੇ ਜਿਨ੍ਹਾਂ ਨੇ ਮਾਰਕੀਟਿੰਗ ਸਿਸਟਮ ਦੁਨੀਆ ਦਾ ਬਿਹਤਰੀਨ ਮਾਰਕੀਟਿੰਗ ਸਿਸਟਮ ਡਿਵੈਲਪ ਕੀਤਾ ਹੋਇਆ, ਇੱਥੇ MSP ਮਿਲਦੀ ਹੈ। ਪਰ ਕਿਉਂਕਿ ਅੰਦੋਲਨ ਸਾਰਾ ਦੇਸ਼ ਲੜ ਰਿਹਾ ਹੈ, ਦੂਜੀਆਂ ਸਟੇਟਾਂ ਦੇ ਕਿਸਾਨ ਵੀ ਸਾਡੇ ਨਾਲ ਨੇ, ਉਹਨਾਂ ਲਈ MSP ਬਹੁਤ ਵੱਡਾ ਮੁੱਦਾ ਹੈ ਜਿੱਥੇ ਉਹਨਾਂ ਨੂੰ ਭਾਅ ਨਹੀਂ ਮਿਲਦਾ। ਤੁਸੀਂ ਦੇਖਦੇ ਹੋ ਜਦੋਂ ਇੱਥੇ ਸਾਡੇ ਸੌਣੀ ਦਾ ਸੀਜ਼ਨ ਆਉਂਦਾ ਹੈ ਝੋਨੇ ਦਾ, 900 ਰੁਪਏ ਉੱਥੋਂ ਖਰੀਦ ਕੇ ਝੋਨਾ ਲਿਆ ਕੇ ਇੱਥੇ ਕਿਸਾਨਾਂ ਦੇ ਨਾਂ ਤੋਂ ਵੇਚਿਆ ਜਾਂਦਾ ਹੈ। ਕਣਕ ਦਾ ਜਦੋਂ ਸੀਜ਼ਨ ਆਉਂਦਾ ਹੈ ਆ UP ਚੋਂ ਤੁਹਾਡੇ ਲਾਗੇ ਉੱਥੇ ਮੰਡੀ ਹੈ ਨਹੀਂ, ਉੱਥੋਂ 1200 1300 ਖਰੀਦ ਕੇ ਇੱਥੇ ਜਾ ਕੇ ਵੇਚਿਆ। ਕਿਸੇ ਵੀ ਸਟੇਟ ਵਿੱਚ ਇਹਨਾਂ ਨੇ ਮੰਡੀ कैप्चर करते रहो यार, कैप्चर ਉਹਨਾਂ ਲਈ ਜਿਉਣ ਲਈ ਬਹੁਤ भीड़ में बहुत कैप्चर कर लो। ਮੁੱਦਾ ਅਸੀਂ ਇਸੇ ਕਰਕੇ ਡਿਮਾਂਡ ਕਰਦੇ ਹਾਂ ਵੀ ਸਰਕਾਰ ਕਾਨੂੰਨ ਬਣਾਏ। ਜਦੋਂ ਤੁਸੀਂ MSP ਤੈਅ ਕਰ ਦਿੰਦੇ ਹੋ ਉਹਦਾ ਕੋਈ ਮਤਲਬ ਨਹੀਂ ਜੇ ਖਰੀਦਣਾ ਨਹੀਂ MSP ਤੇ। ਅਸੀਂ ਕਹਿੰਦੇ ਕਾਨੂੰਨ ਬਣਾ ਕੇ ਸਰਕਾਰ ਗਾਰੰਟੀ ਦੇ ਵੀ ਚਾਹੇ ਪ੍ਰਾਈਵੇਟ ਖਰੀਦੇ ਚਾਹੇ ਸਰਕਾਰ ਖਰੀਦੇ, MSP ਤੋਂ ਹੇਠਾਂ ਨਾ ਖਰੀਦੇ। ਉਹ ਕਾਨੂੰਨ ਨੈਸ਼ਨਲ ਲੈਵਲ ਤੇ ਬਣਨਾ ਹੈ ਕਿਉਂਕਿ CACP ਵੀ ਨੈਸ਼ਨਲ ਲੈਵਲ ਦਾ ਹੈ, ਜਿਹੜਾ ਭਾਅ ਰਿਕਮੈਂਡ ਕਰਦਾ ਹੈ ਉਹ ਵੀ ਨੈਸ਼ਨਲ ਲੈਵਲ ਤੇ ਭਾਅ ਰਿਕਮੈਂਡ ਕਰਦਾ ਹੈ। ਪ੍ਰਾਈਮ ਮਿਨਿਸਟਰ ਦੀ ਇਕਨੋਮਿਕ ਅਫੇਅਰਸ ਕਮੇਟੀ ਕੋਲ ਜਾਂਦਾ ਹੈ, ਨੈਸ਼ਨਲ ਲੈਵਲ ਤੇ ਫੈਸਲਾ ਹੁੰਦਾ ਹੈ। ਇਸ ਕਰਕੇ ਜਿਹੜਾ MSP ਦਾ ਕਾਨੂੰਨ ਹੈ ਇਹ ਵੀ ਉਹਨਾਂ ਦੇ ਅਧਿਕਾਰ ਚ। ਰਾਜੇਵਾਲ ਸਾਹਿਬ ਜਿਹੜਾ ਇਹ ਕਿਹਾ ਜਾਂਦਾ ਹੈ ਸਰਕਾਰ ਵੱਲੋਂ ਕਿ ਇਹ ਧਰਨਾ ਸਿਰਫ ਦੋ ਸਟੇਟਾਂ ਦਾ, ਹਰਿਆਣਾ ਤੇ ਪੰਜਾਬ ਦਾ, ਦੇਸ਼ ਪੱਧਰੀ ਬਣ ਨਹੀਂ ਸਕਦਾ। ਮੈਨੂੰ ਹਾਸਾ ਆਉਂਦਾ, ਹਾਲੇ ਤੱਕ ਉਹਨਾਂ ਨੂੰ ਸਮਝ ਨਹੀਂ ਪਈ ਅਸੀਂ ਬੰਗਾਲ 'ਚ ਚਾਟਾ ਸ਼ਿਕਾਇਤ ਆਏ, ਹਾਲੇ ਦੋ ਸੂਬਿਆਂ ਦਾ ਰਹਿ ਗਿਆ। ਇਹ ਉੱਤਰਾਖੰਡ ਦੇ UP ਦੇ ਮੱਧ ਪ੍ਰਦੇਸ਼ ਦੇ ਕਿਸਾਨ ਆ ਕੇ ਪਲਵਲ 'ਚ ਬੈਠੇ ਨੇ, ਰਾਜਸਥਾਨ ਦੇ ਕਿਸਾਨ ਆ ਕੇ ਬਾਰਡਰ ਤੇ ਬੈਠੇ ਨੇ ਆਪਣੇ ਤੇ। ਇਹ ਹਾਲੇ ਦੋ ਸੂਬਿਆਂ ਦਾ ਮੁੱਦਾ ਹੈ, ਸਾਰੇ ਦੇਸ਼ ਦਾ ਇੱਕ ਆਧਾਰਨ ਹੈ ਵੀ ਮੱਧ ਪ੍ਰਦੇਸ਼ ਦੇ ਵਿੱਚ ਤੋਮਰ ਨੂੰ ਕਿਹਨੇ ਘੇਰਿਆ ਸੀ ਭਾਈ? ਤੇ ਭਲਾ ਹਰਿਆਣੇ ਤੇ ਪੰਜਾਬ ਦਾ ਹੀ ਆ। ਮੱਧ ਪ੍ਰਦੇਸ਼ ਦੇ ਵਿੱਚੋਂ ਕੌਣ ਸੀ ਜਿਨ੍ਹਾਂ ਨੇ ਤੋਮਰ ਨੂੰ ਘੇਰਿਆ? ਹਾਲਤ ਇਹ ਬਣੀ ਖੜੀ ਹੈ ਵੀ ਜਿਹੜੀਆਂ ਕਰਨਾਟਕ ਤੇ ਤਾਮਿਲਨਾਡੂ ਵਰਗੀਆਂ ਸਟੇਟਾਂ ਨੇ, ਜਿਹੜੀਆਂ ਕਰਨਾਟਕ ਦੂਰ ਸਟੇਟਾਂ ਨੇ, ਜਿਹੜੀਆਂ ਦਿੱਲੀ ਮੋਰਚੇ 'ਚ ਨਹੀਂ ਆਈਆਂ, ਅੰਦੋਲਨ ਤਾਂ ਉੱਥੇ ਵੀ ਉੱਠੇ ਖੜੇ ਨੇ, ਅੰਦੋਲਨ ਤਾਂ ਉੱਥੇ ਉੱਠੇ ਖੜੇ ਨੇ, ਅੰਦੋਲਨ ਦਾ ਰੂਪ ਬਣ ਕੇ ਗਿਆ। ਹੁਣ ਚੰਡੀਗੜ੍ਹ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਤਨਖਾਹਾਂ ਲੈਂਦੇ ਨੇ, ਸੌਖੇ ਨੇ, 2-2 3-3 ਜੀ ਮੁਲਾਜ਼ਮ ਨੇ, ਉਹ ਜਦੋਂ ਡਿਊਟੀ ਕਰਕੇ ਆ ਜਾਂਦੇ ਨੇ 4 ਵਜੇ ਚਾਹ ਪੀ ਕੇ 5 ਵਜੇ ਉਹ ਚੌਂਕਾਂ 'ਚ ਝੰਡੇ ਲਈ ਖੜੇ ਹੋ ਜਾਂਦੇ ਨੇ। ਅੰਦੋਲਨ ਨੂੰ ਦੇਖੋ ਵੀ ਅੰਦੋਲਨ ਦੀਆਂ ਜੜ੍ਹਾਂ ਪਤਾਲ 'ਚ ਜਾ ਲੱਗੀਆਂ। ਅੰਦੋਲਨ ਬਹੁਤ ਵੱਡਾ ਹੋ ਗਿਆ। ਇਹਨੂੰ ਕੋਈ ਐ ਕਹਿੰਦੇ ਵੀ ਸੀਮਤ ਜਾ ਕਰਕੇ ਵੀ ਇਹ ਤਾਂ ਸਿਰਫ ਹਰਿਆਣੇ ਦੇ ਪੰਜਾਬ ਦਾ। ਹਾਂ, ਇਹ ਗੱਲ ਕਹਿ ਸਕਦੇ ਹਾਂ ਵੀ ਹਰਿਆਣੇ ਦੇ ਪੰਜਾਬ ਦੇ ਵਿੱਚ ਇਸ ਅੰਦੋਲਨ ਨੇ ਸਿਰਾ ਲਾਤਾ। BJP ਦੀ ਸਰਕਾਰ ਹੁੰਦਿਆਂ BJP ਨੂੰ ਬਾਹਰ ਕੱਢਣੋਂ ਮਜਬੂਰ ਕਰਤਾ। ਯਾਨੀ 24 ਤਰੀਕ ਦੀ ਸਾਡੀ ਮੀਟਿੰਗ ਹੁੰਦੀ ਹੈ ਕਮਿਸ਼ਨਰ ਨਾਲ ਹਿਸਾਰ ਦੇ ਵਿੱਚ, ਰਾਜੇਵਾਲ ਸਾਹਿਬ ਅਸੀਂ ਇਕੱਠੇ ਸੀਗੇ। ਨਹੀਂ, ਕਮਿਸ਼ਨਰ ਨੂੰ ਇਹ ਕਹਿਣਾ ਪੈ ਗਿਆ ਘੇਰੋ ਚਾਹੇ ਉੱਤਰ ਦਿਓ ਚਾਹੇ ਨਾ ਦਿਓ, ਸਾਡਾ ਨਹੀਂ ਕੋਈ ਇਤਰਾਜ਼, ਸਾਡਾ ਜਮਹੂਰੀ ਹੱਕ ਹੈ। ਤੇ DC ਨੂੰ ਮਾਫੀ ਮੰਗਣੀ ਪਈ ਲਾਠੀਚਾਰਜ ਦੀ। ਇਹ ਹਾਲਤ ਬਣੀ ਹੋਈ ਹੈ ਜਿਹੜੀ ਉਗਰਾਹ ਸਾਹਿਬ, ਪੰਜਾਬ ਦੇ ਵਿੱਚ। ਉਗਰਾਹ ਸਾਹਿਬ ਤੁਸੀਂ ਕੀ ਕਿਹਾ ਕਿ ਮੈਂ ਇੰਨਾ ਵੱਡਾ ਪ੍ਰਬੰਧ ਕੀਤਾ, ਤੁਸੀਂ ਆ 20 ਬੰਦਿਆਂ ਵਾਸਤੇ ਪ੍ਰਬੰਧ ਨਹੀਂ ਕਰ ਸਕੇ, ਇਹਦੇ ਬਾਰੇ ਕੌਣ ਮਾਫੀ ਮੰਗੂਗਾ?
ਜਿਹੜਾ 20 ਬੰਦਿਆਂ ਵਾਸਤੇ ਪ੍ਰਬੰਧ ਕੀਤਾ ਹੈ ਇਹ ਕਰੀਏ ਅਸੀਂ ਤਾਂ ਕਰ ਦਈਏ, ਇਹ ਤਾਂ ਤੁਸੀਂ ਹੀ ਨਹੀਂ ਹੋਣ ਦਿੰਦੇ। ਤੁਸੀਂ ਦੱਸੋ ਤਾਂ ਇੱਕ ਦੂਜੇ ਦੇ ਉੱਤੋਂ ਦੀ ਡਿੱਗਦੇ ਹੋ, ਅਸੀਂ ਕੀ ਕਰੀਏ? ਪ੍ਰਧਾਨ ਜੀ ਰਾਜਵਾਲ ਸਾਹਿਬ 26 ਮਈ ਤੋਂ ਬਾਅਦ ਹੁਣ ਕਿਸਾਨ ਜਥੇਬੰਦੀਆਂ ਦੀ ਸੰਯੁਕਤ ਮੋਰਚੇ ਦੀ ਕੀ ਸਟ੍ਰੈਟਜੀ ਆ? ਅਸੀਂ ਜਦੋਂ ਕੁਝ ਤੈਅ ਕਰਦੇ ਹਾਂ ਕਰਕੇ ਅਸੀਂ ਡਿਕਲੇਅਰ ਕਰ ਦਿੰਦੇ ਜੋ ਕੁਝ ਵੀ ਹੋਗਾ ਅਸੀਂ ਉਗਰਾਹਾਂ ਸਾਹਿਬ 3 ਦਿਨ ਦੇ ਪ੍ਰਦਰਸ਼ਨ ਦਾ ਕਿੰਨਾ ਕੁ ਅਸਰ ਪਏਗਾ ਪੰਜਾਬ ਸਰਕਾਰ ਦੇ ਉੱਪਰ? ਹਾਸਲ ਕੀਤੀ 3 ਦਿਨ ਤੁਸੀਂ ਹੁਣ ਅਗਲਾ ਕੀ ਪਲੇਟਫਾਰਮ ਹੈ, ਅੱਗੇ ਕਿੱਥੇ ਵਧਣਾ ਚਾਹੁੰਦੇ ਹੋ? ਕੋਈ ਹੈ ਵੀ ਸਰਕਾਰ ਦੇ ਨਾਲ ਟੱਕਰ ਲੈਣ ਦੇ ਲਈ ਸਿੱਧੇ ਰੂਪ ਦੇ ਵਿੱਚ ਆਓਗੇ ਵੋਟਾਂ ਦੇ ਲਈ? ਨਹੀਂ ਸਿੱਧੇ ਰੂਪ ਇਦਾਂ ਨਹੀਂ, ਅਸੀਂ ਅੰਦੋਲਨ ਲੜਦੇ ਹਾਂ, ਅੰਦੋਲਨ ਜਾਰੀ ਹੈ ਜੀ। ਔਰ ਜਦੋਂ ਤੱਕ ਵਾਪਸ ਨਹੀਂ ਹੁੰਦੇ ਕਾਨੂੰਨ ਉਦੋਂ ਤੱਕ ਵਾਪਸ ਨਹੀਂ ਆਉਣਗੇ। ਅੱਗੇ ਹੁਣ ਕਿੱਥੇ ਜਾਣ ਦੀ ਤਿਆਰੀ ਹੈ? ਨਹੀਂ ਇਹ ਹਾਲੇ ਜਦੋਂ ਜੋ ਕੁਝ ਹੋਊਗਾ ਅਸੀਂ ਡਿਕਲੇਅਰ ਕਰਾਂਗੇ। ਉਗਰਾਹਾਂ ਸਾਹਿਬ ਗੱਲ ਕੀਤੀ ਜਾਵੇ 6 ਮਹੀਨੇ ਤੋਂ ਪ੍ਰਦਰਸ਼ਨ ਦਿੱਲੀ ਦੀ ਬਰੂਹਾਂ ਤੇ ਚੱਲ ਰਿਹਾ ਹੈ, 3 ਦਿਨ ਹੋ ਚੁੱਕੇ ਨੇ, ਪਟਿਆਲਾ ਦੇ ਅੰਦਰ ਵੀ ਚੱਲ ਰਿਹਾ ਹੈ, ਲੇਕਿਨ ਹੱਲ ਜਿਹੜਾ ਕਿ ਹਾਲੇ ਤੱਕ ਨਿਕਲਿਆ ਨਹੀਂ ਜਾ ਰਿਹਾ। ਜੇਕਰ ਬਿੱਲਾਂ ਦੀ ਗੱਲ ਕਰ ਲਈਏ 6 ਮਹੀਨੇ ਤੋਂ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ। ਕੀ ਲੱਗਦਾ ਕਿ ਸਿਰਫ ਕਿਸਾਨ ਸਿਰਫ ਸੰਘਰਸ਼ ਕਰਦੇ ਰਹਿਣਗੇ? ਬਹੁਤ ਵੱਡਾ ਹੱਲ ਨਿਕਲਿਆ ਜਿਹੜਾ ਤੁਸੀਂ ਨਹੀਂ ਕਹਿਣਾ ਚਾਹੁੰਦੇ। ਇੰਨੀ ਵੱਡੀ ਪੱਧਰ ਤੇ ਅਵੇਅਰਨੈਸ ਲੋਕਾਂ ਦੇ ਵਿੱਚ ਆਈ ਹੈ, ਕਿਸੇ ਪੋਲੀਟੀਕਲ ਪਾਰਟੀ ਦੇ ਪੈਰ ਨਹੀਂ ਲੱਗ ਰਹੇ। ਲੋਕਾਂ ਉਹਨਾਂ ਕੋਲੋਂ ਕੁਝ ਇਕਨੋਮਿਕ ਸੁਣਨਾ ਚਾਹੁੰਦੇ ਨੇ, ਗੱਲਾਂ 'ਚ ਉਹਨਾਂ ਦਾ ਘਰ ਪੂਰਾ ਨਹੀਂ ਹੁੰਦਾ। ਉਹ ਇਹ ਬਹੁਤ ਵੱਡੀ ਪ੍ਰਾਪਤੀ ਹੈ।